ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਅਸੀਂ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਉਸ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਅਸੀਂ ਲਗਾਤਾਰ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਸਿੱਖਿਆ ਪ੍ਰਾਪਤ ਕਰਦੇ ਆ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਅੰਦਰੂਨੀ ਯੁੱਧ ਦੇ ਬਾਰੇ ਗੱਲਬਾਤ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਅਜਿਹੀਆਂ ਗੱਲਾਂ ਨੂੰ ਵੇਖਿਆ ਜਿਹੜੀਆਂ ਸਾਨੂੰ ਸਾਡੇ ਅੰਦਰ ਹੋਣ ਵਾਲੇ ਯੁੱਧ ਦੇ ਕਾਰਨਾਂ ਨੂੰ ਦੱਸਦੀਆਂ ਹਨ। ਅਸੀਂ ਵੇਖਿਆ ਕਿ ਪਰਮੇਸ਼ਰ ਦਾ ਦਾਸ ਸੰਤ ਪੌਲੁਸ ਕਹਿੰਦਾ ਹੈ ਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ। ਕਿਉਂ? ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ। ਅਸੀਂ ਉਹਨਾਂ ਤਿੰਨ ਪੱਖਾਂ ਨੂੰ ਵੇਖਿਆ ਜਿਨ੍ਹਾਂ ਦੇ ਜ਼ਰੀਏ ਇੱਕ ਮਸੀਹੀ ਮਨੁੱਖ ਦੇ ਉੱਤੇ ਅਕਸਰ ਹਮਲਾ ਹੁੰਦਾ ਹੈ। ਪਹਿਲਾ ਸ਼ੈਤਾਨ ਦਾ ਪੱਖ, ਦੂਜਾ ਸੰਸਾਰ ਦਾ ਪੱਖ ਔਰ ਤੀਜਾ ਸਰੀਰ ਦਾ ਪੱਖ। ਦੋਸਤੋ, ਅੱਜ ਅਸੀਂ ਆਪਣੇ ਇਸ ਅਧਿਐਨ ਨੂੰ ਅੱਗੇ ਵਧਾਵਾਂਗੇ ਅਤੇ ਵੇਖਾਂਗੇ ਕਿ ਸਰੀਰ ਦੇ ਇਸ ਅੰਦਰੂਨੀ ਯੁੱਧ ਦੇ ਵਿੱਚ ਕਿਵੇਂ ਜਿੱਤ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਾਂ ਫਿਰ ਦੋਸਤੋ, ਆਓ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਆਤਮਿਕ ਯੁੱਧ ਦੇ ਇਸ ਲੜੀਵਾਰ ਅਧਿਐਨ ਦੇ ਤਹਿਤ ਸਿੱਖਦੇ ਹਾਂ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਸਰੀਰ ਦੇ ਅੰਦਰੂਨੀ ਯੁੱਧ ਦੇ ਉੱਤੇ ਜਿੱਤ ਪ੍ਰਾਪਤ ਕਰਨ ਬਾਰੇ। ਆਓ ਸ਼ੁਰੂ ਕਰਦੇ ਹਾਂ। ਪੌਲੁਸ ਇਮਾਨਦਾਰੀ ਨਾਲ ਅੱਗੇ ਵੱਧਦਾ ਹੈ ਅਤੇ ਰੋਮੀਓ 7:23 ਦੇ ਵਚਨ ਵਿੱਚ ਉਹ ਜ਼ਾਹਿਰ ਕਰਦਾ ਹੈ। ਉਹ ਆਖਦਾ ਹੈ, ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਨੂੰ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਾਨੂੰਨ ਦੇ ਜੋ ਮੇਰੇ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ। ਉਹ ਕੀ ਆਖ ਰਿਹਾ ਹੈ? ਉਹ ਆਖ ਰਿਹਾ ਹੈ, ਭਾਵੇਂ ਮੇਰੇ ਦਿਲ ਦੇ ਅੰਦਰ ਮੈਂ ਸੱਚਮੁੱਚ ਪਰਮੇਸ਼ਰ ਨੂੰ ਖੁਸ਼ ਕਰਨ ਦੀ ਖੁਆਇਸ਼ ਰੱਖਦਾ ਹਾਂ, ਇਹ ਤਾਂ ਬਸ ਆਪਣੇ ਆਪ ਵਿੱਚ ਸੱਚ ਨਹੀਂ ਹੈ ਕਿ ਮੈਂ ਪਰਮੇਸ਼ਰ ਨੂੰ ਖੁਸ਼ ਕਰਦਾ ਹਾਂ, ਕਿਉਂਕਿ ਇਹ ਇੱਕ ਹੋਰ ਸ਼ਕਤੀ ਮੇਰੇ ਅੰਦਰ ਪਾਈ ਜਾਂਦੀ ਹੈ ਜੋ ਕਿ ਮੈਨੂੰ ਇਸ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਮੇਰੇ ਅੰਦਰ ਮਨੁੱਖੀ ਭਾਵ ਸਰੀਰ ਦੀ ਸ਼ਕਤੀ ਹੈ। ਮੈਂ ਸੋਚਦਾ ਹਾਂ ਕਿ 7 ਅਧਿਆਇ ਉਸਦੀ 18 ਐਤ ਵਿੱਚ ਉਹ ਸਾਡੇ ਲਈ ਇਸ ਦਾ ਸਾਰਾਂਸ਼ ਦੱਸਦਾ ਹੈ। ਜਦੋਂ ਉਹ ਲਿਖਦਾ ਹੈ, ਹੁਣ ਇਸ ਨੂੰ ਧਿਆਨ ਨਾਲ ਸੁਣੋ, ਮੈਂ ਜਾਣਦਾ ਹਾਂ ਭਾਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ ਹੈ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਨਹੀਂ ਹੈ। ਦੂਜੇ ਸ਼ਬਦਾਂ ਵਿੱਚ ਪੌਲੁਸ ਆਖਦਾ ਹੈ, ਮੇਰੇ ਅੰਦਰ ਸਭ ਠੀਕ ਕਰਨ ਦੀ ਇੱਕ ਮਹਾਨ ਇੱਛਾ ਰੱਖਦਾ ਹਾਂ, ਪਰ ਮੈਂ ਤਾਂ ਬਸ ਨਹੀਂ ਜਾਣਦਾ ਕਿ ਉਸ ਨੂੰ ਕਿਵੇਂ ਕਰਾਂ। ਮੇਰੇ ਅੰਦਰ ਸਭ ਕੁਝ ਠੀਕ ਕਰਨ ਦੀ ਖੁਆਇਸ਼ ਹੈ। ਇਹ ਤਾਂ ਇਸ ਨੂੰ ਕਰਨਾ ਹੈ ਜੋ ਕਿ ਅਸਲ ਸਮੱਸਿਆ ਹੈ। ਹਰੇਕ ਉਸ ਦੇ ਨਾਲ ਆਪਣੀ ਜੋ ਵੀ ਪਛਾਣ ਬਣਾਉਂਦਾ ਹੈ, ਉਸ ਦੇ ਅੰਦਰ ਉਹੀ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲੀ ਖੁਆਇਸ਼ ਪਾਈ ਜਾਂਦੀ ਹੈ। ਪਰ ਫਿਰ ਆਪ ਕਦੇ-ਕਦੇ ਆਪਣੇ ਕੰਮ ਵੱਲ ਤੱਕਦੇ ਹੋ ਅਤੇ ਮੇਰੀ ਖੁਆਇਸ਼ ਅਤੇ ਮੇਰੇ ਕਾਰਜ ਦੇ ਵਿੱਚ ਇੱਕ ਬਹੁਤ ਵੱਡਾ ਫਾਸਲਾ ਹੁੰਦਾ ਹੈ। ਇਹ ਤਾਂ ਬਸ ਉਸ ਦੇ ਅਨੁਸਾਰ ਆਪਣੇ ਆਪ ਨੂੰ ਨਹੀਂ ਬਣਾਉਂਦਾ। ਗਲਾਤੀਆਂ ਦੀ ਪੱਤਰੀ 5:16 ਐਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਬਸ ਕੁਝ ਪਲ ਪਹਿਲਾਂ ਅਸੀਂ ਇਸ ਦਾ ਇਹ ਸਾਰਾਂਸ਼ ਦੇਖਿਆ ਸੀ ਕਿ ਨਿਰਾਸ਼ਾ ਇਹ ਹੈ ਕਿ ਤੁਸੀਂ ਉਹਨਾਂ ਕੰਮਾਂ ਨੂੰ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪ ਕਰਨ ਦੀ ਖੁਆਇਸ਼ ਰੱਖਦੇ ਹੋ। ਕਿ ਕੋਈ ਇਸ ਨੂੰ ਸਮਝ ਸਕਦਾ ਹੈ? ਇਹ ਮੈਂ ਹੀ ਇੱਕੋ ਇੱਕ ਹਾਂ ਜੋ ਬਸ ਇਸ ਯੁੱਧ ਨੂੰ ਲੜ ਰਿਹਾ ਹਾਂ। ਜੇਕਰ ਆਪ ਇਸ ਨੂੰ ਨਹੀਂ ਸਮਝਦੇ ਤਦ ਆਪ ਦੇ ਬਾਰੇ ਇਹਨਾਂ ਦੋ ਗੱਲਾਂ ਵਿੱਚੋਂ ਇੱਕ ਸੱਚ ਹੈ। ਪਹਿਲੀ ਗੱਲ, ਆਪ ਸਭ ਤੋਂ ਵੱਧ ਧਰਮੀ ਮਨੁੱਖ ਹੋ ਜਿਸ ਨੂੰ ਮੈਂ ਕਦੇ ਵੀ ਤੱਕਿਆ ਹੋਵੇ। ਜਾਂ ਫਿਰ ਦੂਸਰੀ ਗੱਲ, ਆਪ ਤਾਂ ਇੰਨੇ ਜ਼ਿਆਦਾ ਹੁਸ਼ਿਆਰ ਵੀ ਨਹੀਂ ਹੋ ਕਿ ਆਪ ਇਸ ਯੁੱਧ ਵਿੱਚ ਲੱਗੇ ਰਹੇ ਹੋ। ਮੇਰੇ ਦੋਸਤੋ, ਮੈਂ ਆਪ ਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਹਰੇਕ ਵਿਸ਼ਵਾਸੀ ਦੇ ਅੰਦਰ ਇੱਕ ਪਵਿੱਤਰ ਯੁੱਧ ਲੜਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਆਪ ਨੂੰ ਇਹ ਸਮਝਣ ਵਿੱਚ ਮਦਦ ਕਰਨੀ ਚਾਹੀਦੀ ਹੈ ਕਿ ਆਪ ਹੀ ਇੱਕੋ ਇੱਕ ਨਹੀਂ ਹੋ ਸਕਦੇ। ਜਿਸ ਤਰ੍ਹਾਂ ਪੌਲੁਸ ਨੇ ਆਖਿਆ ਸੀ ਕਿ ਉਹ ਯੁੱਧ ਉਸ ਦੇ ਅੰਦਰ ਹੋ ਰਿਹਾ ਹੈ। ਹੁਣ ਸਵਾਲ ਇਹ ਹੈ, ਅਸੀਂ ਉਸ ਉੱਤੇ ਫਤਿਹ ਕਿਵੇਂ ਪਾ ਸਕਦੇ ਹਾਂ? ਮੇਰਾ ਭਾਵ ਹੈ ਕਿ ਸਾਡਾ ਜੀਵਨ ਧੀਰਜ ਵਾਲਾ ਹੋਣਾ ਚਾਹੀਦਾ ਹੈ। ਕਿ ਫਤਿਹ ਦੀ ਕੋਈ ਆਸ ਨਹੀਂ ਹੈ? ਮੈਂ ਆਪ ਨੂੰ ਇਹ ਤਜਵੀਜ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਜਦੋਂ ਜਹਿਦ ਨਹੀਂ ਕਰ ਰਹੇ ਹਾਂ ਅਤੇ ਇਸ ਕਰਕੇ ਨਹੀਂ ਹਰਾਏ ਜਾਂਦੇ ਹਾਂ ਕਿਉਂਕਿ ਸਾਨੂੰ ਇਸੇ ਤਰ੍ਹਾਂ ਹੋਣਾ ਪੈਣਾ ਹੈ, ਕਿਉਂਕਿ ਪ੍ਰਭੂ ਨੇ ਸਾਨੂੰ ਆਪਣੀ ਯੋਜਨਾ ਦਿੱਤੀ ਹੋਈ ਹੈ। ਦੂਸਰਾ ਨੰਬਰ, ਅੰਦਰੂਨੀ ਯੁੱਧ ਨੂੰ ਜਿੱਤਣਾ। ਹੁਣ ਗਲਾਤੀਆਂ ਦੇ 5 ਅਧਿਆਇ ਵਿੱਚ ਸਾਨੂੰ ਦੋ ਮੁੱਖ ਗੱਲਾਂ ਦੱਸੀਆਂ ਗਈਆਂ ਹਨ ਜੋ ਅਸੀਂ ਸਰੀਰ ਉੱਤੇ ਫਤਿਹ ਪਾਉਣ ਲਈ ਕਰ ਸਕਦੇ ਹਾਂ। ਉਹਨਾਂ ਵਿੱਚੋਂ ਇੱਕ ਹੈ
ਨਕਾਰਾਤਮਕ ਅਤੇ ਉਹਨਾਂ ਵਿੱਚ ਇੱਕ ਹੈ ਸਕਾਰਾਤਮਕ। ਮੈਂ ਬਹੁਤ ਹੀ ਜਲਦੀ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ। ਊੜਾ ਭਾਗ ਸਰੀਰ ਨੂੰ ਸਲੀਪ ਦਿਓ। 24 ਐਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ ਜਿਹੜੇ ਮਸੀਹ ਯਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚੜਾ ਦਿੱਤਾ ਹੈ। ਹੁਣ ਇੱਕ ਬਹੁਤ ਹੀ ਅਕਸਰ ਗਲਤ ਸਮਝਣ ਜਾਣ ਵਾਲੀ ਸੱਚਾਈ ਹੈ, ਇਹ ਮਸੀਹ ਦੇ ਨਾਲ ਸਲੀਬ ਦਿੱਤੇ ਜਾਣ ਵਾਲੀ ਗੱਲ ਨਹੀਂ ਹੈ। ਜਿਵੇਂ ਕਿ ਗਲਾਤੀਆਂ ਦੇ 2 ਅਧਿਆਇ 20 ਐਤ ਵਿੱਚ ਲਿਖਿਆ ਹੈ, ਇਹ ਤਾਂ ਜ਼ਰੂਰੀ ਤੌਰ ਤੇ ਅਹੁਦੇ ਵਾਲੀ ਸੱਚਾਈ ਨਹੀਂ ਹੈ। ਕਿਰਪਾ ਕਰਕੇ ਇਸ ਐਤ ਨੂੰ ਧਿਆਨਪੂਰਵਕ ਪੜ੍ਹੋ। ਇਹ ਕੁਝ ਅਜਿਹਾ ਨਹੀਂ ਹੈ ਜੋ ਸਾਡੇ ਲਈ ਕੀਤਾ ਗਿਆ ਹੈ, ਇਹ ਤਾਂ ਕੁਝ ਅਜਿਹਾ ਹੈ ਜੋ ਅਸੀਂ ਕਰਦੇ ਹਾਂ। ਹੇ ਮਸੀਹ, ਅਸੀਂ ਸਰੀਰ ਨੂੰ ਸਲੀਬ ਚੜਾ ਦਿੱਤਾ ਹੈ ਅਤੇ ਉਸ ਨੂੰ ਪਾਉਣ ਦੇ ਲਈ ਜ਼ਿੰਮੇਵਾਰ ਹਾਂ, ਜੋ ਉਦੋਂ ਵਰਪਿਆ ਜਦੋਂ ਮਸੀਹ ਮੋਇਆ ਸੀ, ਜਦੋਂ ਕਿ ਪੁਰਾਣਾ ਸੁਭਾਅ ਸਲੀਬ ਉੱਤੇ ਚੜਾਇਆ ਗਿਆ ਸੀ ਅਤੇ ਬੁਰੀ ਤਰ੍ਹਾਂ ਘਾਇਲ ਕੀਤਾ ਗਿਆ ਸੀ। ਅਤੇ ਸਾਨੂੰ ਹੁਣ ਪੁਰਾਣੇ ਸੁਭਾਅ ਦੇ ਉਹਨਾਂ ਸਬੂਤਾਂ ਨੂੰ ਲੈਣਾ ਹੈ ਅਤੇ ਸਾਨੂੰ ਉਹਨਾਂ ਨੂੰ ਸਲੀਬ ਉੱਤੇ ਚੜਾਉਣਾ ਹੈ ਅਤੇ ਉਹਨਾਂ ਨੂੰ ਸਲੀਬ ਉੱਤੇ ਰੱਖਣਾ ਹੈ ਅਤੇ ਉਹਨਾਂ ਨਾਲ ਬੁਰੀ ਤਰ੍ਹਾਂ ਨਿਪਟਣਾ ਹੈ। ਜਦੋਂ ਕਿ ਇਹ ਤਾਂ ਇੱਕ ਸੱਚਾਈ ਹੈ ਕਿ ਸਾਡਾ ਪੁਰਾਣਾ ਸੁਭਾਅ ਉਹਦੇ ਵਜੋਂ ਸਲੀਬ ਦਿੱਤਾ ਗਿਆ ਸੀ ਜਦੋਂ ਮਸੀਹ ਮੋਇਆ ਸੀ। ਇਹ ਤਾਂ ਬਸ ਸਾਡੇ ਲਈ ਸੱਚ ਹੈ ਜਦੋਂ ਅਸੀਂ ਇਸ ਸੱਚਾਈ ਨੂੰ ਅਪਣਾਉਂਦੇ ਹਾਂ ਅਤੇ ਆਪਣੇ ਰੋਜ਼ ਦੇ ਜੀਵਨ ਵਿੱਚ ਇਸ ਨੂੰ ਲਾਗੂ ਕਰਦੇ ਹਾਂ ਕਿ ਆਪ ਆਪਣੇ ਬਾਕੀ ਜੀਵਨ ਦਾ ਇਸ ਤਰ੍ਹਾਂ ਵਿਸ਼ਵਾਸ ਕਰਦੇ ਹੋ, ਜੀ ਸਕਦੇ ਹੋ ਕਿ ਜਦੋਂ ਮਸੀਹ ਮੋਇਆ ਤਦ ਉਸ ਨੇ ਸਰੀਰ ਨੂੰ ਸਲੀਬ ਉੱਤੇ ਚੜਾਇਆ। ਪਰ ਜੇਕਰ ਆਪ ਇਸ ਨੂੰ ਲਾਗੂ ਨਹੀਂ ਕਰਦੇ ਕਿ ਇਹ ਰੋਜ਼ ਦੇ ਆਧਾਰ ਉੱਤੇ ਨਿਯਤਮ ਤੌਰ ਤੇ ਸੱਚ ਨਹੀਂ ਹੈ, ਤਦ ਇਹ ਆਪ ਦੇ ਜੀਵਨ ਵਿੱਚ ਪ੍ਰਭਾਵਸ਼ਾਲੀ ਨਹੀਂ ਹੋਵੇਗਾ। ਇਹ ਤਾਂ ਬਸ ਦਿਮਾਗੀ ਗਿਆਨ ਹੀ ਨਹੀਂ ਹੈ, ਇਹ ਤਾਂ ਉਸ ਦੇ ਨਾਲ ਆਪ ਦੀ ਆਤਮਾ ਦੀ ਸਾਂਝ ਹੈ ਜੋ ਉਦੋਂ ਵਰਪਿਆ ਸੀ ਜਦੋਂ ਮਸੀਹ ਮੋਇਆ ਸੀ। ਹੋ ਸਕਦਾ ਹੈ ਇੱਕ ਉਦਾਹਰਣ ਆਪ ਦੀ ਮਦਦ ਕਰੇ। 2 ਆਇਰਲੈਂਡ ਦੇ ਵਿੱਚ ਮਨੁੱਖਾਂ ਜਿਨ੍ਹਾਂ ਦੇ ਨਾਮ ਸੈਂਡ ਅਤੇ ਮਾਈਕ ਸਨ, ਉਹਨਾਂ ਦੇ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੇ ਇੱਕ ਬਹੁਤ ਹੀ ਅਸਧਾਰਨ ਕੱਛੂ ਕੰਮੇ ਨੂੰ ਪਾਇਆ। ਇਸ ਜਾਨਵਰ ਦਾ ਸਿਰ ਪੂਰੀ ਤਰ੍ਹਾਂ ਉਸ ਦੇ ਸਰੀਰ ਤੋਂ ਕੱਟਿਆ ਗਿਆ ਸੀ, ਪਰ ਉਹ ਕੱਛੂ ਅਜੇ ਵੀ ਚੱਲ ਰਿਹਾ ਸੀ, ਇੱਧਰ ਉੱਧਰ ਚੱਲ ਰਿਹਾ ਸੀ ਜਿਵੇਂ ਕਿ ਕੁਝ ਵੀ ਨਾ ਵਰਪਿਆ ਹੋਵੇ। ਸੈਂਟ ਨੇ ਆਖਿਆ ਕਿ ਜੋ ਕੱਛੂ ਕੰਮਾ ਹੈ ਉਹ ਮਰ ਚੁੱਕਾ ਹੈ। ਮਾਈਕ ਆਖਣ ਲੱਗਾ ਇਹ ਨਹੀਂ ਮਰਿਆ, ਇਹ ਤਾਂ ਜਿੰਦਾ ਹੈ। ਸੈਂਟ ਅਤੇ ਮਾਈਕ ਦੇ ਵਿਚਕਾਰ ਵੱਡੀ ਦਲੀਲਬਾਜ਼ੀ ਸ਼ੁਰੂ ਹੋ ਗਈ। ਅਸਲ ਵਿੱਚ ਇਹ ਇੰਨੀ ਜ਼ਿਆਦਾ ਬਹਿਸ ਹੋਈ ਕਿ ਇਹ ਤਾਂ ਗੁੱਥਮ-ਗੁੱਥਾ ਹੋਣ ਵਾਲੀ ਗੱਲ ਹੋ ਗਈ। ਜਦੋਂ ਕਿ ਇਸ ਦੇ ਵਿਚਕਾਰ ਉਹਨਾਂ ਦੇ ਦੋਸਤ ਉਭਰਾਇਆ ਉਸ ਪਾਸਿਓਂ ਆਇਆ। ਸੈਂਟ ਅਤੇ ਮਾਈਕ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਦੇ ਝਗੜੇ ਨੂੰ ਨਿਪਟਾਵੇ ਕਿ ਉਹ ਜੋ ਕੱਛੂ ਕੰਮਾ ਸੀ ਉਹ ਜਿੰਦਾ ਸੀ ਜਾਂ ਮਰ ਚੁੱਕਾ ਸੀ। ਉਹਨਾਂ ਨੇ ਇਹ ਸਹਿਮਤੀ ਬਣਾਈ ਕਿ ਜੋ ਵੀ ਉਬਰਾਏ ਦਾ ਫੈਸਲਾ ਹੋਵੇ ਉਹ ਮੰਨਣਗੇ। ਤਦ ਉਬਰਾਈਸ ਨੇ ਉਸ ਖਾਸ ਕੱਛੂ ਕੰਮੇ ਨੂੰ ਵੇਖਿਆ ਅਤੇ ਆਖਿਆ ਇਹ ਮਰਿਆ ਹੋਇਆ ਹੈ, ਪਰ ਇਹ ਇਸ ਉੱਤੇ ਵਿਸ਼ਵਾਸ ਨਹੀਂ ਕਰਦਾ ਕਿ ਉਹ ਮਰਿਆ ਹੋਇਆ ਹੈ। ਜ਼ਿਆਦਾਤਰ ਮਸੀਹੀਆਂ ਦੇ ਨਾਲ ਇਹੋ ਹੀ ਸਮੱਸਿਆ ਹੈ। ਅਸੀਂ ਮਰ ਚੁੱਕੇ ਹਾਂ ਕਿਉਂਕਿ ਸਾਡਾ ਪੁਰਾਣਾ ਸੁਭਾਅ ਮਸੀਹ ਦੇ ਨਾਲ ਮੋਇਆ ਸੀ। ਇਹ ਬੁਰੀ ਤਰ੍ਹਾਂ ਘਾਇਲ ਕੀਤਾ ਗਿਆ ਸੀ, ਪਰ ਅਸੀਂ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਇਸ ਨੂੰ ਸਲੀਬ ਤੋਂ ਬਾਰ-ਬਾਰ ਲਾਉਂਦੇ ਹਾਂ ਅਤੇ ਪੁਰਾਣਾ ਸੁਭਾਅ ਦੇ ਸਬੂਤਾਂ ਨੂੰ ਲੱਦ ਲੈਂਦੇ ਹਾਂ ਅਤੇ ਜਿਨ੍ਹਾਂ ਦੀ ਦੇਖਭਾਲ ਅਸੀਂ ਕਰਨੀ ਚਾਹੁੰਦੇ ਹਾਂ ਅਤੇ ਜਿਨ੍ਹਾਂ ਦੇ ਨਾਲ ਅਸੀਂ ਇੱਧਰ-ਉੱਧਰ ਖੇਡਣਾ ਚਾਹੁੰਦੇ ਹਾਂ। ਜੌਨ ਆਰ.ਬੀ. ਸਟੋਕ, ਜਿਨ੍ਹਾਂ ਦੇ ਗਲਾਤੀਆਂ ਦੀ ਪੱਤਰੀ ਬਾਰੇ ਇੱਕ ਪੁਸਤਕ ਲਿਖੀ ਹੈ, ਉਹ ਇੱਕ ਖਾਸ ਬਿਆਨ ਇਸ ਦੇ ਬਾਰੇ ਇੱਥੇ ਕਰਦਾ ਹੈ। ਉਹ ਆਖਦਾ ਹੈ ਕਿ ਇਹ ਕੋਈ ਅਚਾਨਕ ਘਟਨਾ ਨਹੀਂ ਹੈ ਕਿ ਇਹ ਸ਼ਬਦ ਸਲੀਬ ਚੜ੍ਹਨਾ 25 ਐਤ ਵਿੱਚ ਪਾਇਆ ਗਿਆ ਹੈ, ਜਦੋਂ ਸਾਨੂੰ ਦੱਸਿਆ ਗਿਆ ਹੈ ਕਿ ਵਿਸ਼ਵਾਸ ਹੁੰਦੇ ਹੋਇਆ ਸਾਨੂੰ ਸਰੀਰ ਨੂੰ ਸਲੀਬ ਉੱਤੇ ਚੜਾਉਣਾ ਪੈਣਾ ਹੈ। ਤਦ ਉਸਨੇ ਆਖਿਆ 3 ਗੱਲਾਂ ਸਲੀਬ ਚੜ੍ਹਨ ਦੇ ਬਾਰੇ ਹਨ ਜਿਨ੍ਹਾਂ ਨੂੰ ਸਾਨੂੰ ਪਛਾਣਨਾ ਅਤੇ ਲਾਗੂ ਕਰਨ ਦੀ ਜ਼ਰੂਰਤ ਹੈ। ਨੰਬਰ 1, ਸਲੀਬ ਚੜ੍ਹਨਾ ਤਰਸ ਰਹਿਤ ਹੁੰਦਾ ਹੈ। ਇਹ ਸਲੀਬ ਚੜ੍ਹਨਾ ਇੱਕ ਸਜ਼ਾ ਦਿੱਤਾ ਜਾਣ ਦਾ ਇੱਕ ਭਿਆਨਕ ਰੂਪ ਹੈ। ਇਹ ਨੇਕ ਅਤੇ ਭਲੇ ਮਨੁੱਖ ਨੂੰ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਇਹ ਤਾਂ ਸਭ ਤੋਂ ਵੱਧ ਅਪਰਾਧੀ ਲਈ ਅਲੱਗ ਵਿਧੀ ਸੀ ਅਤੇ ਇਸ ਕਰਕੇ ਯਿਸੂ ਦਾ ਸਲੀਬ ਦਿੱਤੇ ਜਾਣਾ ਉਸ ਦੇ ਲਈ ਕਿੰਨਾ ਜ਼ਿਆਦਾ ਅਪਮਾਨ ਠਹਿਰਾਇਆ ਗਿਆ ਸੀ। ਉਸਨੇ ਆਖਿਆ, ਹੁਣ ਜਦੋਂ ਕਿ ਬਾਈਬਲ ਆਖਦੀ ਹੈ ਕਿ ਸਾਨੂੰ ਆਪਣੇ ਸਰੀਰ ਨੂੰ ਉਹਦੀ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹਨਾ ਪੈਣਾ ਹੈ, ਤਾਂ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਇਹ ਕੋਈ ਆਦਰਯੋਗ ਕੰਮ ਨਹੀਂ ਹੈ ਜੋ ਅਸੀਂ ਕਰ ਰਹੇ ਹਾਂ। ਇਹ ਤਾਂ ਸਰੀਰ ਹੈ ਜੋ ਕਿ ਇਸ ਭਿਆਨਕ ਸਲੀਬ ਤੇ ਜਾਣ ਦਾ ਹੱਕਦਾਰ ਹੈ ਅਤੇ ਇਹ ਤਰਸਹੀਣ ਹੋਣਾ ਹੈ। ਆਮ ਕਰਕੇ ਅਸੀਂ ਇਹ ਕਿਵੇਂ ਕਰਦੇ ਹਾਂ? ਮੈਂ ਇਸ ਨੂੰ ਕੁਝ ਹੱਦ ਤੱਕ ਛੱਡਣ ਦੀ ਖੁਆਇਸ਼ ਰੱਖਦਾ ਹਾਂ। ਜੇਕਰ ਅਸੀਂ ਇਸ ਦੇ ਬਾਰੇ ਪਰਤਾਵੇ ਪਾਉਂਦੇ ਹਾਂ
ਅਸੀਂ ਤਰਸ ਰਹਿਤ ਹੋਣ ਦੀ ਖੁਆਇਸ਼ ਨਹੀਂ ਰੱਖਦੇ। ਅਸੀਂ ਆਪਣੇ ਜੀਵਨ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਹਾਂ ਜੋ ਕਿ ਆਤਮਾ ਦੇ ਵਿਰੁੱਧ ਯੁੱਧ ਕਰਦੇ ਹਨ। ਅਤੇ ਜੇਕਰ ਆਪ ਉਹਨਾਂ ਵਿੱਚ ਕੁਝ ਨਹੀਂ ਪਾ ਸਕਦੇ ਜੋ ਇਸ ਸੂਚੀ ਵਿੱਚ ਹੋਣ, ਤਦ ਸ਼ਾਇਦ ਕੁਝ ਹਨ ਜੋ ਆਪ ਆਪਣੇ ਖੁਦ ਦੇ ਜੀਵਨ ਵਿੱਚ ਪਾ ਸਕਦੇ ਹੋ। ਅਤੇ ਅਸੀਂ ਉਹਨਾਂ ਕੰਮਾਂ ਦੇ ਨਾਲ ਖੇਡਣ ਦੀ ਖੁਆਇਸ਼ ਰੱਖਦੇ ਹਾਂ, ਪਰ ਬਾਈਬਲ ਆਖਦੀ ਹੈ ਕਿ ਜਦੋਂ ਆਪ ਉਹਨਾਂ ਨੂੰ ਸਲੀਬ ਚੜਾਉਂਦੇ ਹੋ, ਤਦ ਆਪ ਤਰਸ ਰਹਿਤ ਅਤੇ ਬੁਰੀ ਤਰ੍ਹਾਂ ਉਹਨਾਂ ਨੂੰ ਸਲੀਬ ਦਿੰਦੇ ਹੋ ਅਤੇ ਉਹਨਾਂ ਦੇ ਨਾਲ ਨਿਪਟਦੇ ਹੋ। ਨੰਬਰ 2, ਸਲੀਬ ਦੇਣਾ ਦਰਦਨਾਕ ਹੁੰਦਾ ਹੈ। ਦੂਸਰੀ ਗੱਲ ਸਲੀਬ ਦਿੱਤੇ ਜਾਣ ਦੇ ਬਾਰੇ ਉਹ ਇਹ ਹੈ ਕਿ ਇਹ ਦਰਦਨਾਕ ਹੁੰਦਾ ਹੈ। ਰੋਮੀਓ ਦੇ ਲਈ ਸਲੀਬ ਦੇਣਾ ਮੌਤ ਦਾ ਸਭ ਤੋਂ ਵੱਧ ਦਰਦਨਾਕ ਰੂਪ ਸੀ। ਜੇਕਰ ਆਪ ਪ੍ਰਭੂ ਦੇ ਸਲੀਬ ਦਿੱਤੇ ਜਾਣ ਦੀ ਲਿਖਤ ਨੂੰ ਖੁਸ਼ਖਬਰੀ ਵਿੱਚ ਪੜ੍ਹੋ, ਤਦ ਆਪ ਇਸ ਨੂੰ ਆਸਾਨੀ ਦੇ ਨਾਲ ਜਾਣ ਸਕੋਗੇ। ਇਹ ਬਹੁਤ ਹੀ ਦਰਦਨਾਕ ਸੀ। ਸਭ ਤੋਂ ਵੱਧ ਦਰਦਨਾਕ ਰੂਪ ਜੋ ਕਿ ਰੋਮੀਓ ਦੇ ਦੁਆਰਾ ਜਾਣਿਆ ਜਾਂਦਾ ਸੀ। ਮੈਂ ਨਹੀਂ ਜਾਣਦਾ ਜੇਕਰ ਆਪ ਨੇ ਇਸ ਨੂੰ ਜਾਣਿਆ ਹੋ, ਪਰ ਠੀਕ ਇਸੇ ਤਰ੍ਹਾਂ ਜਦੋਂ ਆਪ ਸਰੀਰ ਨੂੰ ਸਲੀਬ ਚੜਾਉਂਦੇ ਹੋ, ਤਦ ਆਪ ਉਸ ਨੂੰ ਪਸੰਦ ਨਹੀਂ ਕਰਨ ਜਾ ਰਹੇ। ਜਿਸ ਤਰ੍ਹਾਂ ਇਹ ਮਹਿਸੂਸ ਕਰਦੇ ਹਾਂ, ਇਹ ਕਦੇ ਵੀ ਅੱਛਾ ਮਹਿਸੂਸ ਕਰਨਾ ਨਹੀਂ ਹੁੰਦਾ। ਇਹ ਦਰਦ ਦੇ ਨਾਲ ਜੁੜਿਆ ਜਾਵੇਗਾ। ਇਹ ਜਿਸ ਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ, ਇਹ ਕੋਈ ਮਖੌਲ ਵਾਲੀ ਗੱਲ ਨਹੀਂ ਹੈ। ਸਾਡੇ ਵਿੱਚੋਂ ਕੌਣ ਇਸ ਦੇ ਵੱਡੇ ਦਰਦ ਨੂੰ ਜਾਣਦਾ, ਜਦੋਂ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਜੀਵਨ ਵਿਚਲੇ ਕੁਝ ਖੇਤਰਾਂ ਦੇ ਨਾਲ ਨਿਪਟਣ ਦੇ ਲਈ ਸਾਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਇੰਨਾ ਵੱਧ ਪਿਆਰ ਕਰਦੇ ਹਾਂ ਔਰ ਉਹਨੂੰ ਪਕੜੀ ਰੱਖਦੇ ਹਾਂ। ਅਤੇ ਪਰਮੇਸ਼ਰ ਦੇ ਆਤਮਾ ਨੇ ਆਖਿਆ, ਇਸ ਦੇ ਨਾਲ ਨਿਪਟੋ, ਇਸ ਨੂੰ ਸਲੀਬ ਚੜਾਓ, ਅਤੇ ਅਸੀਂ ਇਹ ਕਰ ਚੁੱਕੇ ਹਾਂ। ਪਰ ਇਸ ਦੇ ਵਿੱਚ ਦਰਦ ਜੁੜਿਆ ਹੋਇਆ ਹੈ ਅਤੇ ਇਸ ਨੇ ਸਾਡੇ ਵਿੱਚੋਂ ਹੰਝੂਆਂ ਨੂੰ ਅਤੇ ਦਰਦ ਨੂੰ ਨਿਚੋੜਿਆ ਹੈ। ਉਹ ਸਾਡੀ ਚਾਹਤ ਅਤੇ ਸਿੱਖਿਆ ਦੇ ਕਰਕੇ ਜੋ ਅਸੀਂ ਆਪਣੇ ਆਪ ਵਿੱਚ ਬਣਾਈ ਰੱਖਣ ਦੀ ਖੁਆਇਸ਼ ਰੱਖਦੇ ਹਾਂ। ਪਰ ਜਦੋਂ ਆਪ ਇਸ ਨੂੰ ਸਲੀਬ ਚੜਾਉਂਦੇ ਹੋ, ਤਦ ਆਪ ਇਸ ਵਿੱਚ ਕਿੰਨਾ ਵੀ ਦਰਦ ਕਿਉਂ ਨਾ ਹੋਵੇ, ਆਪ ਇਸ ਨੂੰ ਕਰਦੇ ਹੋ। ਨੰਬਰ 3, ਸਲੀਬ ਚੜ੍ਹਨਾ ਸਥਾਈ ਹੁੰਦਾ ਹੈ। ਤੀਸਰੀ ਗੱਲ ਸਲੀਬ ਚੜ੍ਹਨ ਦੇ ਬਾਰੇ ਇਹ ਹੈ ਕਿ ਇਹ ਸਿਰਫ ਤਰਸ ਰਹਿਤ ਅਤੇ ਦਰਦਨਾਕ ਹੀ ਨਹੀਂ, ਬਲਕਿ ਇਹ ਤਾਂ ਸਥਾਈ ਹੁੰਦਾ ਹੈ। ਇਹ ਸਥਾਈ ਹੈ। ਰੋਮੀ ਸਲੀਬ ਚੜ੍ਹਨਾ ਸਥਾਈ ਸੀ। ਮਸੀਹ ਦਾ ਪੁਰਾਣਾ ਸੁਭਾਅ ਤੋਂ ਇਨਕਾਰ ਕਰਨਾ ਸਥਾਈ ਹੋਣਾ ਪੈਣਾ ਹੈ। ਸਲੀਬ ਚੜ੍ਹਨ ਦੇ ਦੁਆਰਾ ਜੋ ਮੌਤ ਹੈ, ਇਹ ਇੱਕ ਧੀਮੀ ਮੌਤ ਹੁੰਦੀ ਸੀ, ਪਰ ਇਹ ਇੱਕ ਨਿਸ਼ਚਿੰਤ ਮੌਤ ਸੀ। ਅਤੇ ਉਹ ਅਪਰਾਧੀ ਜਿਨ੍ਹਾਂ ਨੂੰ ਸਲੀਬ ਉੱਤੇ ਕਿੱਲਾਂ ਦੇ ਨਾਲ ਵਿੰਨ੍ਹਿਆ ਜਾਂਦਾ ਸੀ, ਉਹ ਸਲੀਬ ਉੱਤੋਂ ਹੇਠਾਂ ਨਹੀਂ ਸੀ ਆਉਂਦੇ। ਇੱਕ ਵਾਰ ਜਦੋਂ ਕਿਸੇ ਨੂੰ ਸਲੀਬ ਉੱਤੇ ਕਿੱਲਾਂ ਦੇ ਨਾਲ ਠੋਕਿਆ ਜਾਵੇ, ਤਦ ਉਸ ਨੂੰ ਉੱਥੇ ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਮਨੁੱਖੋ ਅਤੇ ਔਰਤੋ, ਉਹ ਸਮੱਸਿਆ ਜੋ ਅਸੀਂ ਆਪਣੇ ਮਸੀਹੀ ਜੀਵਨਾਂ ਦੇ ਵਿੱਚ ਰੱਖਦੇ ਹਾਂ, ਉਹ ਇਹ ਹੈ ਕਿ ਅਸੀਂ ਅੱਜ ਇੱਕ ਭਾਵੁਕ ਹੋਣ ਦੇ ਪਲ ਵਿੱਚ ਸਲੀਬ ਦੇ ਉੱਤੇ ਕੁਝ ਰੱਖਣ ਦੀ ਖੁਆਇਸ਼ ਰੱਖਦੇ ਹਾਂ। ਅਤੇ ਇੱਕ ਸੰਦੇਸ਼ ਦੇ ਅੰਤ ਵਿੱਚ, ਜਾਂ ਫਿਰ ਕਿਸੇ ਪ੍ਰਚਾਰ ਦੀ ਸਭਾ ਦੇ ਵਿੱਚ, ਜਾਂ ਫਿਰ ਕਿਸੇ ਬਾਈਬਲ ਕਾਨਫਰੰਸ ਦੇ ਸਮੇਂ, ਜਾਂ ਫਿਰ ਕਿਸੇ ਮਸੀਹੀ ਕੈਂਪ ਦੇ ਦੌਰਾਨ, ਜਾਂ ਫਿਰ ਕਿਸੇ ਮਸੀਹੀ ਸਕੂਲ ਵਿੱਚ, ਪਰ ਫਿਰ ਵੀ ਅਸੀਂ ਉੱਥੋਂ ਬਾਹਰ ਨਿਕਲ ਕੇ ਇਹੋ ਜਿਹੇ ਥਾਵਾਂ ਤੇ ਜਾਂਦੇ ਹਾਂ ਜਿੱਥੇ ਮੌਕੇ ਉਪਲਬਧ ਹੁੰਦੇ ਹਨ, ਅਤੇ ਫਿਰ ਅਸੀਂ ਕਿੱਲਾਂ ਨੂੰ ਕੱਢਣ ਦੀ ਖੁਆਇਸ਼ ਰੱਖਦੇ ਹਾਂ ਅਤੇ ਇਹਨਾਂ ਨੂੰ ਸਰੀਰ ਵਿੱਚੋਂ ਬਾਹਰ ਖਿੱਚਣ ਦੀ ਖੁਆਇਸ਼ ਰੱਖਦੇ ਹਾਂ, ਤਾਂ ਕਿ ਅਸੀਂ ਦੁਬਾਰਾ ਫਿਰ ਇਸ ਦੇ ਵਿੱਚ ਸ਼ਾਮਲ ਹੋ ਸਕੀਏ। ਜੌਨ ਆਰ ਸਟੋਕ ਨੇ ਇਸ ਬਾਰੇ ਇਸ ਤਰ੍ਹਾਂ ਆਖਿਆ ਸੀ। ਉਸਨੇ ਆਖਿਆ, ਇਹ ਤਾਂ ਬਸ ਇਸ ਤਰ੍ਹਾਂ ਹੈ ਜਿਵੇਂ ਕਿ ਆਪਣੇ ਪੁਰਾਣੇ ਸੁਭਾਅ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕਣ ਤੋਂ ਬਾਅਦ ਅਸੀਂ ਇਸ ਸਲੀਬ ਦਿੱਤੇ ਜਾਣ ਵਾਲੇ ਦ੍ਰਿਸ਼ ਵੱਲ ਬਾਰ-ਬਾਰ ਆਉਂਦੇ ਰਹਿੰਦੇ ਹਾਂ। ਅਸੀਂ ਇਸ ਉੱਤੇ ਧਿਆਨ ਦਿੰਦੇ ਹਾਂ ਅਤੇ ਇਸ ਤੋਂ ਛੁਡਾਏ ਜਾਣ ਦੀ ਖੁਆਇਸ਼ ਰੱਖਦੇ ਹਾਂ, ਇੱਥੋਂ ਤੱਕ ਕਿ ਸਲੀਬ ਉੱਤੇ ਅਸੀਂ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇਸ ਨੂੰ ਉੱਥੇ ਹੀ ਛੱਡਣ ਦੀ ਜ਼ਰੂਰਤ ਹੈ। ਜਦੋਂ ਕੁਝ ਈਰਖਾਲੂ ਜਾਂ ਘਮੰਡੀ ਜਾਂ ਬਦਮਸਤ ਜਾਂ ਅਸ਼ੁੱਧ ਵਿਚਾਰ ਸਾਡੇ ਮਨਾਂ ਦੇ ਵਿੱਚ ਆਉਂਦੇ ਹਨ, ਸਾਨੂੰ ਝਟਪਟ ਉਸ ਨੂੰ ਪਰੇ ਕਰਨਾ ਪੈਣਾ ਹੈ। ਇਸ ਨੂੰ ਖੋਂਗਣਾ ਆਰੰਭ ਕਰਨਾ ਘਾਤਕ ਹੁੰਦਾ ਹੈ। ਅਤੇ ਗੌਰ ਕਰੋ, ਜੇਕਰ ਅਸੀਂ ਇਸ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ, ਅਸੀਂ ਇਸ ਬਾਰੇ ਯੁੱਧ ਦਾ ਐਲਾਨ ਕਰ ਚੁੱਕੇ ਹਾਂ ਅਤੇ ਅਸੀਂ ਹੁਣ ਇਸ ਬਾਰੇ ਆਪਸੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਅਸੀਂ ਭਲੇ ਦੇ ਲਈ ਮਨ ਬਣਾ ਲਿਆ ਹੈ। ਅਸੀਂ ਇਸ ਨੂੰ ਦੁਬਾਰਾ ਖੋਲ੍ਹਣ ਨਹੀਂ ਜਾ ਰਹੇ। ਅਸੀਂ ਸਰੀਰ ਨੂੰ ਸਲੀਬ ਚੜਾ ਚੁੱਕੇ ਹਾਂ ਅਤੇ ਅਸੀਂ ਹੁਣ ਕਿੱਲਾਂ ਨੂੰ ਦੁਬਾਰਾ ਬਾਹਰ ਨਹੀਂ ਕੱਢਣ ਜਾ ਰਹੇ। ਕੁਝ ਸਮਾਂ ਪਹਿਲਾਂ ਇੱਕ ਛੋਟੇ ਹਵਾਈ ਅੱਡੇ ਉੱਤੇ ਜੋ ਲੋਕ ਸਮਾਨ ਲਾਉਂਦੇ ਹਨ, ਉਹ ਹਵਾਈ ਜਹਾਜ਼ ਦਾ ਸਮਾਨ ਹੇਠਾਂ ਲਾ ਰਹੇ ਸਨ ਅਤੇ ਉਹਨਾਂ ਨੇ ਇੱਕ ਹੱਥੀ ਚੁੱਕਣ ਵਾਲੇ ਪਿੰਜਰੇ ਨੂੰ ਚੁੱਕਿਆ ਜਿਸ ਦੇ ਵਿੱਚ ਇੱਕ ਕੁੱਤਾ ਸੀ। ਜਦੋਂ ਉਹਨਾਂ ਨੇ ਉਸ ਪਿੰਜਰੇ ਦੀ ਖੋਹ ਕੀਤੀ, ਉਹਨਾਂ ਨੇ ਵੇਖਿਆ ਕਿ ਉਹ ਕੁੱਤਾ ਤੇ ਮਰ ਚੁੱਕਾ ਸੀ ਅਤੇ ਉਹ ਔਰਤ ਜਿਸ ਦਾ ਉਹ ਕੁੱਤਾ ਸੀ, ਉਹ ਇੱਕ ਬਹੁਤ ਹੀ ਪ੍ਰਭਾਵਸ਼ੀਲ ਸ਼ਖਸੀਅਤ ਉਸ ਸਮਾਜ ਦੇ ਵਿੱਚ ਸੀ। ਅਤੇ ਉਹ ਮਨੁੱਖ ਡਰੇ, ਇਹ ਸੋਚਿਆ ਕਿ ਕੁੱਤੇ ਨੂੰ ਇਸ ਤਰ੍ਹਾਂ ਮਰਨ ਦੇਣ ਤੋਂ ਬਾਅਦ ਹੁਣ ਉਹਨਾਂ ਦਾ ਕੀ ਬਣੇਗਾ।
ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਲਈ ਹੁਣ ਇੱਕੋ ਹੀ ਇੱਕ ਆਸ ਬਾਹਰ ਜਾ ਕੇ ਇੱਕ ਹੋਰ ਕੁੱਤੇ ਨੂੰ ਪਾਲਣ, ਜੋ ਕਿ ਠੀਕ ਉਸੇ ਵਰਗਾ ਹੋਵੇ ਜੋ ਕਿ ਮਰ ਚੁੱਕਾ ਸੀ, ਤਾਂ ਕਿ ਸ਼ਾਇਦ ਉਸ ਕੁੱਤੇ ਦੀ ਥਾਂ ਇਸ ਨਵੇਂ ਕੁੱਤੇ ਨੂੰ ਰੱਖ ਸਕਣ। ਉਹ ਸ਼ਹਿਰ ਵਿੱਚ ਕੁੱਤਿਆਂ ਦੀਆਂ ਦੁਕਾਨਾਂ ਉੱਤੇ ਗਏ ਅਤੇ ਫਿਰ ਇੱਕ ਹੋਰ ਵੱਡੇ ਸ਼ਹਿਰ ਵਿੱਚ, ਜੋ ਕਿ ਉਹਨਾਂ ਦੇ ਆਪਣੇ ਕਸਬੇ ਦੇ ਇਲਾਕੇ ਸੀ, ਅਤੇ ਆਖਿਰਕਾਰ ਦਰਜਨਾਂ ਜਾਨਵਰਾਂ ਦੀਆਂ ਦੁਕਾਨਾਂ ਤੇ ਜਾਣ ਤੋਂ ਬਾਅਦ ਉਹਨਾਂ ਨੇ ਇੱਕ ਕੁੱਤੇ ਨੂੰ ਲੱਭਿਆ, ਜੋ ਉਹਨਾਂ ਨੂੰ ਮਿਲਿਆ, ਜੋ ਠੀਕ ਉਸੇ ਵਰਗਾ ਸੀ ਜੋ ਮਰ ਚੁੱਕਾ ਸੀ। ਉਹਨਾਂ ਨੇ ਉਸ ਨਵੇਂ ਕੁੱਤੇ ਨੂੰ ਪਿੰਜਰੇ ਦੇ ਵਿੱਚ ਰੱਖਿਆ ਅਤੇ ਉਹ ਇਸ ਦੇ ਮਾਲਕ ਦੇ ਸਪੁਰਦ ਕਰਨ ਲਈ ਉਸ ਦੇ ਘਰ ਵਿੱਚ ਗਏ, ਅਤੇ ਉਹਨਾਂ ਨੂੰ ਨਿਸ਼ਚਿੰਤਾ ਸੀ ਕਿ ਉਹ ਇਸ ਤਰ੍ਹਾਂ ਕਰਕੇ ਬਚ ਨਿਕਲਣਗੇ। ਉਸ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਆਦਮੀ ਨੇ ਆਖਿਆ, ਅਸੀਂ ਤੁਹਾਡਾ ਕੁੱਤਾ ਲਿਆਏ ਹਾਂ। ਅਤੇ ਉਸ ਕੁੱਤੇ ਨੇ ਤਾਂ ਇੱਕ ਦੋਸਤਾਨਾ ਤੌਰ ਤੇ ਭੌਂਕਿਆ ਵੀ। ਉਹ ਔਰਤ ਆਖਣ ਲੱਗੀ ਕਿ ਇਹ ਮੇਰਾ ਕੁੱਤਾ ਨਹੀਂ ਹੈ। ਉਹਨਾਂ ਨੇ ਆਖਿਆ, ਪਰ ਤੂੰ ਕਿਵੇਂ ਜਾਣਦੀ ਹੈ ਕਿ ਇਹ ਤੇਰਾ ਕੁੱਤਾ ਨਹੀਂ ਹੈ? ਤੂੰ ਤਾਂ ਇਸ ਵੱਲ ਤੱਕਿਆ ਵੀ ਨਹੀਂ। ਉਸਨੇ ਆਖਿਆ, ਮੇਰਾ ਕੁੱਤਾ ਮਰ ਚੁੱਕਾ ਹੈ ਅਤੇ ਅਸੀਂ ਤਾਂ ਇਸ ਨੂੰ ਬਸ ਇੱਕ ਛੋਟੇ ਜਿਹੇ ਜਨਾਜ਼ੇ ਵਾਸਤੇ ਇਸ ਨੂੰ ਵਾਪਸ ਲਿਆਉਂਦੇ ਹਾਂ। ਅਸਲ ਮਸਲਾ ਕੁਝ ਮਸੀਹਾਂ ਦੇ ਨਾਲ ਇਸੇ ਤਰ੍ਹਾਂ ਹੀ ਹੈ ਕਿ ਇਸ ਤਰ੍ਹਾਂ ਨਹੀਂ ਹੈ। ਉਹ ਇਸ ਨੂੰ ਲੈਂਦੇ ਹਨ ਜੋ ਮਸੀਹ ਆਖਦਾ ਹੈ ਕਿ ਮਰ ਚੁੱਕਾ ਹੈ, ਅਤੇ ਉਹ ਇਸ ਨੂੰ ਵਾਪਸ ਜਿੰਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਰਕੇ ਤੁਸੀਂ ਫਤਿਹ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਉਸ ਨੂੰ ਮਰਿਆ ਸੱਦਣ ਦੀ ਖੁਆਇਸ਼ ਨਹੀਂ ਰੱਖਦੇ, ਜੋ ਕਿ ਮਰ ਚੁੱਕਾ ਹੈ। ਆਪ ਆਖਦੇ ਹੋ, ਸਰੀਰ ਵੱਲੋਂ ਮਰੇ ਹੋਣ ਦਾ ਅਰਥ ਕੀ ਹੁੰਦਾ ਹੈ? ਮੈਂ ਆਪ ਨੂੰ ਕਲੀਸਿਆ ਦੇ ਵਿੱਚੋਂ ਇਸ ਦੀ ਇੱਕ ਉਦਾਹਰਨ ਦੇਣਾ ਚਾਹੁੰਦਾ ਹਾਂ। ਕਿਰਪਾ ਕਰਕੇ ਇਸ ਦੇ ਬਾਰੇ ਗੌਰ ਕਰੋ। ਕੋਈ ਸਿੱਟਾ ਨਾ ਕੱਢੋ, ਕਿਉਂਕਿ ਮੈਂ ਇਸ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ, ਇਸ ਕਰਕੇ ਮੈਂ ਇਸ ਕਲੀਸਿਆ ਦੇ ਬਾਰੇ ਗੱਲ ਨਹੀਂ ਕਰ ਰਿਹਾ ਹਾਂ। ਇੱਕ ਪਾਸਵਾਨ ਦੇ ਬਾਰੇ ਇੱਕ ਕਹਾਣੀ ਹਾਂ, ਪਰ ਮੈਂ ਮੈਕਡਮ ਨਾਮ ਦਾ, ਜਿਸ ਦੇ ਕਲੀਸਿਆ ਵਿੱਚ ਇੱਕ ਸੇਵਕ ਸੀ, ਜੋ ਕਿ ਜਿਉਂ ਹੀ ਪਾਸਵਾਨ ਕੋਲ ਆਇਆ, ਉਸ ਕਲੀਸਿਆ ਵਿੱਚ ਪਾਸਵਾਨੀ ਕਰਨ ਲਈ ਆਇਆ, ਉਸਨੇ ਇਹ ਇਰਾਦਾ ਕੀਤਾ ਉਹ ਉਸ ਪਾਸਵਾਨ ਦੇ ਲਈ ਜੀਣਾ ਤਰਸਯੋਗ ਬਣਾ ਦੇਵੇਗਾ। ਉਹ ਪਾਸਵਾਨ 8 ਸਾਲਾਂ ਤੋਂ ਉੱਥੇ ਸੇਵਾ ਕਰ ਰਿਹਾ ਸੀ। 5ਵੇਂ ਸਾਲ ਤੋਂ ਬਾਅਦ ਉਹ ਪਾਸਵਾਨ 5 ਸਾਲਾਂ ਦੇ ਲਈ ਇਸ ਦੇ ਨਾਲ ਜੱਦੋ-ਜਹਿਦ ਕਰ ਚੁੱਕਾ ਸੀ। 5 ਸਾਲਾਂ ਤੋਂ ਬਾਅਦ ਹੁਣ ਇਹ ਉਸ ਨੂੰ ਬਿਲਕੁਲ ਪਰੇਸ਼ਾਨ ਕਰਦਾ ਨਹੀਂ ਸੀ। ਇੱਕ ਦਿਨ ਉਸ ਦੇ ਦੋਸਤਾਂ ਵਿੱਚੋਂ ਇੱਕ ਨੇ ਆਖਿਆ, ਮੈਕਡਮ, ਉਸ ਮਨੁੱਖ ਦੇ ਨਾਲ ਇਸ ਜਗਤ ਵਿੱਚ ਤੂੰ ਕਿਵੇਂ ਰਹਿੰਦਾ ਹੈ, ਅਤੇ ਲਗਾਤਾਰ ਜੋ ਤੇਰੇ ਬਾਰੇ ਹਮੇਸ਼ਾ ਹੀ ਸ਼ਿਕਾਇਤਾਂ ਕਰਦਾ ਰਹਿੰਦਾ ਹੈ? ਮੈਕਡਮ ਨੇ ਆਖਿਆ, 3 ਸਾਲ ਪਹਿਲਾਂ ਮੈਂ ਉਸ ਦੇ ਵੱਲੋਂ ਮਰ ਗਿਆ ਹਾਂ। ਉਸਨੇ ਆਖਿਆ, ਇਸ ਤੋਂ ਤੇਰਾ ਕੀ ਭਾਵ ਹੈ? ਉਸਨੇ ਆਖਿਆ, ਮੈਂ ਜਾਣ ਲਿਆ ਸੀ ਕਿ ਇਹ ਪਰਮੇਸ਼ਰ ਵੱਲੋਂ ਨਹੀਂ ਸੀ, ਇਸ ਕਰਕੇ ਮੈਂ ਇਸ ਵੱਲੋਂ ਮਰ ਗਿਆ ਹਾਂ। ਇਸ ਕਰਕੇ ਹੁਣ ਮੇਰੇ ਜੀਵਨ ਵਿੱਚ ਇਸ ਦਾ ਅਸਰ ਨਹੀਂ ਹੈ। ਇਹ ਤਾਂ ਬਸ ਇਸੇ ਤਰ੍ਹਾਂ ਹੈ ਜਿਵੇਂ ਕਿ ਇਹ ਹੋਵੇ ਹੀ ਨਹੀਂ। ਇਹੋ ਹੀ ਠੀਕ ਅਰਥ ਹੁੰਦਾ ਹੈ ਸਰੀਰ ਵੱਲੋਂ ਮਰਨ ਦਾ। ਆਖਰਕਾਰ ਇਹ ਸਮਝਣਾ ਕਿ ਮਸੀਹ ਨੇ ਸਾਨੂੰ ਉਸ ਦੇ ਨਿਯੰਤਰਣ ਹੇਠਾਂ ਹੋਣ ਤੋਂ ਛੁਡਾ ਲਿਆ ਹੈ, ਅਤੇ ਅਸੀਂ ਇਸ ਵੱਲੋਂ ਮੋਏ ਹਾਂ, ਅਤੇ ਅਸੀਂ ਇਸ ਨੂੰ ਸਲੀਬ ਚੜਾ ਦਿੱਤਾ ਹੈ, ਅਤੇ ਅਸੀਂ ਇਸ ਨੂੰ ਉੱਥੇ ਹੀ ਛੱਡ ਦਿੱਤਾ ਹੈ ਜਦੋਂ ਸ਼ੈਤਾਨ ਆ ਕੇ ਦਰਵਾਜ਼ਾ ਖੜਕਾਉਂਦਾ ਹੈ, ਅਤੇ ਉਹ ਆਪਣੇ ਆਪ ਨੂੰ ਉਤਾਰਨ ਦੀ ਪੱਟੀ ਭਾਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆ ਕੇ ਸਾਡੇ ਜੀਵਨਾਂ ਵਿੱਚ ਅਸਰ ਪਾ ਸਕੇ। ਤਦ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਉਸ ਦੇ ਜਹਾਜ਼ ਦੇ ਉਤਰਨ ਦੀ ਪੱਟੀ ਜਾਂਦੀ ਲੱਗਦੀ ਹੈ। ਹੁਣ ਮੈਂ ਇਸ ਦੇ ਨਾਲ ਸਰਕਾਤਮਿਕ ਗੱਲ ਨੂੰ ਜੋੜ ਦਵਾਂ। ਅਸੀਂ ਇਸ ਪਵਿੱਤਰ ਯੁੱਧ ਵਿੱਚ ਆਪਣੇ ਜੀਵਨ ਵਿੱਚ ਇਸ ਸਰੀਰ ਉੱਤੇ ਫਤਿਹ ਕਿਵੇਂ ਪਾਉਂਦੇ ਹਾਂ? ਸਭ ਤੋਂ ਪਹਿਲਾਂ ਅਸੀਂ ਸਰੀਰ ਨੂੰ ਇਸ ਦੀਆਂ ਸਾਰੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚੜਾ ਦਿੰਦੇ ਹਾਂ। ਦੂਸਰੀ ਗੱਲ, ਅਸੀਂ ਆਤਮਾ ਵਿੱਚ ਹੋ ਕੇ ਚੱਲਦੇ ਹਾਂ। ਇਹ ਸਰਮਾਤਮਿਕ ਕੰਮ ਹੈ। ਗੌਰ ਕਰੋ ਕਿ ਇਸ ਵਚਨ ਦੇ ਭਾਗ ਵਿੱਚ 3 ਵਾਰ ਅਸੀਂ ਪੜ੍ਹਦੇ ਹਾਂ ਕਿ ਇੱਥੇ ਪਵਿੱਤਰ ਆਤਮਾ ਦਾ ਜ਼ਿਕਰ ਕੀਤਾ ਗਿਆ ਹੈ। 18 ਐਤ ਵਿੱਚ ਲਿਖਿਆ ਗਿਆ ਹੈ ਕਿ ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲੋ ਤਾਂ ਸ਼ਰਾਂ ਦੇ ਮਤਹਿਤ ਨਹੀਂ ਹੋ। 16 ਐਤ ਵਿੱਚ ਲਿਖਿਆ ਹੈ, ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੇ ਦੁਆਰਾ ਚੱਲੋ ਤੇ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਾ ਨਾ ਕਰੋਗੇ। 25 ਐਤ ਵਿੱਚ ਗੌਰ ਕਰੋ, ਇੱਥੇ ਲਿਖਿਆ ਹੈ, ਜੇ ਅਸੀਂ ਆਤਮਾ ਦੇ ਦੁਆਰਾ ਜੀਂਦੇ ਹਾਂ ਤੇ ਆਤਮਾ ਦੇ ਦੁਆਰਾ ਚੱਲੀਏ। ਇਸ ਦਾ ਅਰਥ ਹੁੰਦਾ ਹੈ ਕਿ ਜਦੋਂ ਇੱਕ ਪਾਸੇ ਅਸੀਂ ਇਹ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਸਰੀਰ ਨੂੰ ਸਲੀਬ ਚੜਾਵਾਂਗੇ, ਤਦ ਉਹ ਕੰਮ ਜੋ ਇਸ ਵਿੱਚ ਸ਼ਾਮਿਲ ਹਨ ਉਹਨਾਂ ਨੂੰ ਅਸੀਂ ਕਰਾਂਗੇ। ਮੇਰੇ ਦੋਸਤੋ, ਮੈਨੂੰ ਆਸ ਹੈ ਕਿ ਤੁਹਾਨੂੰ ਇਹ ਆਪਣੇ ਖੁਦ ਦੇ ਜੀਵਨ ਵਿੱਚ ਪਹਿਲੀ ਗੱਲ ਲਾਗੂ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਕਿ ਆਪ ਨੇ ਆਪਣੇ ਜੀਵਨ ਵਿੱਚ ਕੁਝ ਅਜਿਹਾ ਲੱਭ ਸਕਦੇ ਹੋ ਜੋ ਇਸ ਸੂਚੀ ਵਿੱਚ ਪਾਇਆ ਜਾਂਦਾ ਹੋਵੇ। ਮੈਂ ਲਿਖਤਾਂ ਵਿੱਚ ਨਹੀਂ, ਪਰ ਇਹ ਤਾਂ ਕਾਮਕਤਾ ਨਾਲ ਸੰਬੰਧਿਤ ਪਾਪ ਦੀ ਇੱਕ ਸੂਚੀ ਹੈ, ਅਤੇ ਸਮਾਜ ਨਾਲ ਸੰਬੰਧਿਤ ਪਾਪ ਦੀ ਸੂਚੀ ਹੈ, ਅਤੇ ਸਮੇਂ ਖੁਦ ਉੱਤੇ ਕੇਂਦਰਿਤ ਪਾਪ ਦੀ ਸੂਚੀ ਹੈ, ਅਤੇ ਆਤਮਿਕ ਪਾਪ ਦੀ ਸੂਚੀ ਦਾ ਇੱਕ ਪ੍ਰਤੀਨਿਧੀ ਹੈ। ਹੋ ਸਕਦਾ ਹੈ
ਆਪ ਵਿੱਚੋਂ ਕੁਝ ਕੁ ਆਪਣੇ ਖੁਦ ਦੇ ਜੀਵਨ ਵਿੱਚ ਠੀਕ ਇਸੇ ਸਮੇਂ ਉਸ ਰਿਸ਼ਤੇ ਦੇ ਨਾਲ ਖੇਡ ਰਹੇ ਹੋਵੋ ਜੋ ਬਸ ਆਪ ਨੂੰ ਅਤੇ ਆਪ ਦੇ ਜੀਵਨ ਨੂੰ ਨਾਸ਼ ਕਰਨ ਜਾ ਰਿਹਾ ਹੈ। ਬਾਈਬਲ ਬਾਣੀ ਉਸ ਦੇ ਬਾਰੇ ਕੀ ਆਖਦੀ ਹੈ? ਇਸ ਨੂੰ ਸਲੀਬ ਚੜਾ ਦਿਓ, ਇਸ ਨੂੰ ਉੱਥੇ ਕਿੱਲਾਂ ਨਾਲ ਠੋਕ ਦਿਓ। ਜਦੋਂ ਆਤਮਾ ਅਗਵਾਈ ਕਰਦਾ ਹੈ, ਅਸੀਂ ਉਸ ਦੇ ਪਿੱਛੇ ਚੱਲਦੇ ਹਾਂ। ਇੱਕ ਮਸੀਹ ਦੀ ਸਰਮਾਤਮਿਕ ਅਤੇ ਕਿਰਿਆਸ਼ੀਲ ਜਵਾਬਦੇਹੀ ਦੋਵੇਂ ਹਨ। ਜਦੋਂ ਕਿ ਆਤਮਾ ਸਾਡੇ ਕਾਰਜ ਦੀ ਅਗਵਾਈ ਕਰਦਾ ਹੈ, ਬਸ ਅਸੀਂ ਉਸ ਦੇ ਪਿੱਛੇ ਚੱਲੀਏ। ਪਰ ਇਸ ਦਾ ਕਿਰਿਆਸ਼ੀਲ ਭਾਗ ਬਾਈਬਲ ਬਾਣੀ ਆਖਦੀ ਹੈ ਕਿ ਅਸੀਂ ਹਰ ਰੋਜ਼ ਆਤਮਾ ਦੇ ਵਸੀਲੇ ਨਾਲ ਚੱਲੀਏ। ਜੋ ਕੁਝ ਆਤਮਾ ਆਖਦਾ ਹੈ ਅਸੀਂ ਉਸ ਦੇ ਪਿੱਛੇ ਚੱਲੀਏ। ਮੈਂ ਇਸ ਨੂੰ ਹੋਰ ਜ਼ਿਆਦਾ ਗੁੰਝਲਦਾਰ ਬਣਾਉਣ ਦੀ ਖੁਆਇਸ਼ ਨਹੀਂ ਰੱਖਦਾ। ਇਸ ਦਾ ਬਸ ਸਰਲ ਅਰਥ ਇਹ ਹੁੰਦਾ ਹੈ ਕਿ ਭਾਲੋ ਪਰਮੇਸ਼ਰ ਦਾ ਆਤਮਾ ਕਿੱਥੇ ਜਾ ਰਿਹਾ ਹੈ ਅਤੇ ਉਸ ਦੇ ਨਾਲ ਨਾਲ ਚੱਲੋ। ਅਸਲ ਵਿੱਚ ਚੱਲਣ ਦੇ ਲਈ ਦੂਸਰਾ ਸ਼ਬਦ ਇਸ ਬਾਈਬਲ ਬਾਣੀ ਦੇ ਭਾਗ ਵਿੱਚ ਜੋ ਹੈ ਉਹ ਹੈ ਸਟਿਓਕਿਟਿਓ, ਜੋ ਇੱਕ ਫੌਜ ਨਾਲ ਜੁੜਿਆ ਹੋਇਆ ਹੈ, ਜਿਸ ਦਾ ਅਰਥ ਹੁੰਦਾ ਹੈ ਆਪਣੇ ਨੇਤਾ ਜਾਂ ਆਗੂ ਦੇ ਠੀਕ ਪਿੱਛੇ ਪਿੱਛੇ ਚੱਲਣਾ। ਇੱਕ ਵਿਸ਼ਵਾਸੀ ਹੋਣ ਵਜੋਂ ਸਰੀਰ ਉੱਤੇ ਫਤਿਹ ਪਾਉਣ ਲਈ ਮੈਨੂੰ ਕੀ ਕਰਨਾ ਪੈਣਾ ਹੈ? ਮੇਰੇ ਜੀਵਨ ਵਿਚਲੇ ਉਹਨਾਂ ਪ੍ਰਭਾਵਾਂ ਉੱਤੇ ਗੌਰ ਕਰੋ ਜੋ ਸਰੀਰ ਤੋਂ ਨਿਕਲਦੇ ਹਨ, ਜੋ ਮੈਨੂੰ ਭ੍ਰਸ਼ਟ ਕਰਦੇ ਹਨ, ਜੋ ਮੇਰੇ ਜੀਵਨ ਵਿੱਚ ਆਨੰਦ ਨੂੰ ਪਾਉਣ ਤੋਂ ਮੈਨੂੰ ਰੋਕਦੇ ਹਨ। ਇਹਨਾਂ ਦੇ ਨਾਲ ਪੂਰੀ ਤਰ੍ਹਾਂ ਤਕੜਾਈ ਦੇ ਨਾਲ ਨਿਪਟੋ। ਫਿਰ ਵੀ ਮੈਨੂੰ ਇਹ ਕਰਨਾ ਹੀ ਪੈਣਾ ਹੈ, ਪਰ ਫਿਰ ਵੀ ਇੱਥੇ ਕੋਈ ਖਿਆਲ ਨਾ ਕਰੋ। ਪਰਮੇਸ਼ਰ ਦੇ ਆਤਮਾ ਦੇ ਨਾਲ ਜੁੜੋ ਅਤੇ ਆਤਮਿਕ ਤੌਰ ਤੇ ਚੱਲਣਾ ਆਰੰਭ ਕਰੋ। ਆਤਮਾ ਕੀ ਹੈ? ਜੀ ਹਾਂ, ਇਸ ਬਾਈਬਲ ਬਾਣੀ ਦੇ ਭਾਗ ਵਿੱਚ ਅਗਲੀ ਸੂਚੀ ਨੂੰ ਪੜੋ। ਵਚਨ ਵਿੱਚ ਲਿਖਿਆ ਹੈ, ਪਰ ਆਤਮਾ ਦਾ ਫਲ ਇਹ ਹੈ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਯਮ। ਜਦੋਂ ਮੈਂ ਆਪਣੇ ਆਪ ਨੂੰ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਸਪੁਰਦ ਕਰਦਾ ਹਾਂ, ਤਦ ਮੇਰੇ ਜੀਵਨ ਦੇ ਵਿੱਚ ਇਹ ਗੱਲਾਂ ਸਾਫ਼ ਜ਼ਾਹਿਰ ਹੋਣਗੀਆਂ। ਆਪ ਗੌਰ ਕਰੋ, ਇਹ ਸਭ ਜੋ ਕੁਝ ਹੁੰਦਾ ਜਾ ਰਿਹਾ ਹੈ ਉਹ ਸਭ ਸਰਕਾਤਮਿਕ ਤਬਦੀਲੀ ਜਾਂ ਸਿਧਾਂਤ ਹੈ। ਬਾਈਬਲ ਸਾਨੂੰ ਕਦੇ ਵੀ ਨਹੀਂ ਆਖਦੀ ਕਿ ਬਸ ਇਸ ਨੂੰ ਛੱਡ ਦਿਓ, ਜਦੋਂ ਤੱਕ ਕਿ ਇਸ ਦੇ ਨਾਲ ਸਾਨੂੰ ਆਪਣੇ ਆਪ ਲਈ ਕੁਝ ਪਾਉਣ ਦੇ ਬਾਰੇ ਨਾ ਆਖੇ। ਮੈਂ ਪ੍ਰਚਾਰਕ ਵਜੋਂ ਡਰਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਕੰਮ ਜੋ ਕਿ ਨਵੇਂ ਮਸੀਹਾਂ ਦੇ ਨਾਲ ਵਰਤਦਾ ਹੈ ਅਤੇ ਮੈਂ ਦੇਖ ਚੁੱਕਾ ਹਾਂ ਕਿ ਇਹ ਇਸੇ ਤਰ੍ਹਾਂ ਵਰਤਦਾ ਹੈ, ਉਹ ਇਹ ਹੈ ਕਿ ਉਹ ਇੱਕ ਕਲੀਸਿਆ ਦੇ ਵਿੱਚ ਇੱਕ ਇਹੋ ਜਿਹੀ ਸਥਿਤੀ ਦੇ ਵਿੱਚ ਹੁੰਦੇ ਹਨ ਜਿੱਥੇ ਕਿ ਉਹਨਾਂ ਦੇ ਅੱਗੇ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਰੱਖਿਆ ਜਾਂਦਾ ਹੈ। ਜਦੋਂ ਉਹਨਾਂ ਦੇ ਅੱਗੇ ਉਸ ਸੰਦੇਸ਼ ਦੇ ਇੱਕ ਭਾਗ ਵਜੋਂ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ 100 ਇਹੋ ਜਿਹੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ ਕਿ ਉਹ ਹੁਣ ਉਹਨਾਂ ਨੂੰ ਨਾ ਕਰਨ। ਇਸੇ ਤਰ੍ਹਾਂ ਉਹ ਬਚਾਏ ਜਾਂਦੇ ਹਨ ਅਤੇ ਉਹ ਉਹਨਾਂ ਸਾਰੇ ਕੰਮਾਂ ਨੂੰ ਕਰਨਾ ਬੰਦ ਕਰ ਦਿੰਦੇ ਹਨ। ਪਰ ਕੋਈ ਵੀ ਕਦੇ ਵੀ ਉਹਨਾਂ ਨੂੰ ਉਹ ਕੰਮ ਕਰਨ ਨਹੀਂ ਦੱਸਦਾ। ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਲਈ ਬਦਲ ਕੇ ਰੱਖਣ ਦੀ ਖੁਆਇਸ਼ ਰੱਖਦਾ ਹੈ ਅਤੇ ਉਹ ਇੱਕ ਵੱਡੇ ਖਿਆਲ ਦੇ ਵਿੱਚ ਪਾਏ ਜਾਂਦੇ ਹਨ। ਫਿਰ ਕੀ ਵਰਤਦਾ ਹੈ? ਜਦੋਂ ਉਹ ਉਸ ਖਿਆਲ ਨੂੰ ਭਰਨ ਦੇ ਲਈ ਕੁਝ ਵੀ ਉਪਲਬਧ ਨਹੀਂ ਹੁੰਦਾ, ਉਹ ਦੁਬਾਰਾ ਫਿਰ ਉਹਨਾਂ ਕੰਮਾਂ ਵਿੱਚ ਪੈ ਜਾਂਦੇ ਹਨ ਜਿਨ੍ਹਾਂ ਨੇ ਇੱਕ ਵਾਰ ਇੱਕ ਸਮੇਂ ਉਹਨਾਂ ਨੂੰ ਅਵਿਸ਼ਵਾਸੀਆਂ ਵਾਂਗ ਬਣਾਇਆ ਸੀ। ਧਿਆਨ ਨਾਲ ਸੁਣੋ, ਜੋ ਬਾਈਬਲ ਹੈ ਉਹ ਬਹੁਤ ਹੀ ਖਾਸ ਪੁਸਤਕ ਹੈ। ਇਹ ਸਾਨੂੰ ਉਦੋਂ ਤੱਕ ਕੁਝ ਵੀ ਛੱਡਣ ਦੇ ਲਈ ਨਹੀਂ ਆਖਦੀ ਜਦੋਂ ਤੱਕ ਸਾਨੂੰ ਇਹ ਨਾ ਆਖੇ ਜਾਂ ਦੱਸੇ ਕਿ ਇਹ ਉਸ ਦਾ ਵਦਨ ਕਿਸ ਚੀਜ਼ ਨਾਲ ਬਣਾਇਆ ਜਾ ਰਿਹਾ ਹੈ। ਇਹ ਸਿਰਫ ਸਰੀਰ ਦੇ ਖੇਤਰ ਦੇ ਨਾਲ ਹੀ ਸੱਚ ਨਹੀਂ ਹੈ, ਬਲਕਿ ਇਹ ਤਾਂ ਯੁੱਧ ਦੇ ਹਰ ਖੇਤਰ ਦੇ ਨਾਲ ਹੀ ਸੱਚ ਹੈ। ਮਿਸਾਲ ਵਜੋਂ, ਜੇਕਰ ਮੈਂ ਆਪ ਨੂੰ ਬਾਈਬਲ ਬਾਣੀ ਦੀ ਕੋਈ ਐਤ ਨਹੀਂ ਦੇ ਸਕਦਾ ਜੋ ਕਿ ਉਸ ਸਭ ਦਾ ਸਾਰਾਂਸ਼ ਹੋਵੇ ਜੋ ਸਭ ਮੈਂ ਅੱਜ ਆਖ ਰਿਹਾ ਹਾਂ, ਹੋ ਸਕਦਾ ਹੈ ਜੇਕਰ ਆਪ ਦੇ ਕੋਲ ਬਾਈਬਲ ਖੁੱਲੀਆਂ ਹੋਣ ਤਦ ਫਿਰ ਵੀ ਆਪ ਇਸ ਨੂੰ ਪਾ ਸਕੋ। ਇਹ ਇੱਕ ਮਹਾਨ ਐਤ ਹੈ ਜਿਸ ਨੂੰ ਅਸੀਂ ਮੂੰਹ ਜ਼ਬਾਨੀ ਯਾਦ ਕਰ ਸਕਦੇ ਹਾਂ ਅਤੇ ਹੋ ਸਕਦਾ ਹੈ ਇਹ ਆਪ ਨੂੰ ਇਹ ਯਾਦ ਰੱਖਣ ਵਿੱਚ ਮਦਦ ਕਰੇ ਜਿਸ ਬਾਰੇ ਅਸੀਂ ਅੱਜ ਗੱਲਬਾਤ ਕੀਤੀ ਸੀ। ਰੋਮੀਓ ਦੀ ਪੱਤਰੀ 13 ਅਧਿਆਇ ਉਸ ਦੀ 14 ਐਤ ਵਿੱਚ ਇਸ ਤਰ੍ਹਾਂ ਹੈ। ਇੱਥੇ ਸਾਡੇ ਜੀਵਨ ਵਿੱਚ ਇਸ ਵਿਸ਼ੇ ਦੇ ਨਾਲ ਸੰਬੰਧਿਤ ਗੱਲਾਂ ਇਸ ਤਰ੍ਹਾਂ ਹਨ। ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਵੀ ਤਰਦ ਨਾ ਕਰੋ, ਪਰ ਤੁਸੀਂ ਯਿਸੂ ਮਸੀਹ ਨੂੰ ਪਹਿਨ ਲਓ। ਇਹ ਸਰਮਾਤਮਿਕ ਹੈ ਅਤੇ ਸਰੀਰ ਦੇ ਵਿਸ਼ਿਆਂ ਨੂੰ ਪੂਰਾ ਕਰਨ ਲਈ ਕੁਝ ਨਾ ਕਰੋ, ਇਹ ਨਕਾਰਾਤਮਿਕ ਹੈ। ਸਰੀਰ ਦੇ ਵਿਸ਼ਿਆਂ ਦਾ ਭਾਵ ਕੀ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਆਪਣੇ ਆਪ ਨੂੰ ਕਿਸੇ ਇਹੋ ਜਿਹੀ ਸਥਿਤੀ ਵਿੱਚ ਪਾਉਣਾ ਜਿੱਥੇ ਕਿ ਸਰੀਰ ਨਿਯੰਤਰਣ ਪਾਇਆ ਜਾ ਰਿਹਾ ਹੈ। ਕਿ ਆਪ ਕਦੇ ਇਹੋ ਜਿਹੀ ਸਥਿਤੀ ਵਿੱਚ ਜੁੜੇ ਹੋ? ਸੱਚਮੁੱਚ ਆਪ ਇਹੋ ਜਿਹੀ ਸਥਿਤੀ ਵਿੱਚ ਹੋ ਚੁੱਕੇ ਹੋ ਕਿ ਆਪ ਉਸ ਸਥਿਤੀ ਵਿੱਚੋਂ ਬਾਹਰ ਹੋ ਸਕਦੇ ਹੋ? ਸੱਚਮੁੱਚ ਇੱਕ ਵਾਰ ਜਦੋਂ ਆਪ ਮਸੀਹ ਨੂੰ ਪਹਿਨ ਲੈਂਦੇ ਹੋ ਤਦ ਆਪ ਆਪਣੇ ਆਪ ਨੂੰ ਉਸ ਦੇ ਅਧੀਨ ਕਰਦੇ ਹੋ, ਪਰ ਉਸ ਦੇ ਨਾਲ ਨਾਲ ਆਪ ਉਸ ਦੇ ਅਧੀਨ ਹੋ ਰਹੇ ਹੋ। ਆਪ ਪਰਮੇਸ਼ਰ ਨੂੰ ਉਸ ਦੇ ਲਈ ਆਪ ਰਹੇ ਹੋ ਕਿ ਉਹ ਆਪ ਦੇ ਜੀਵਨ ਵਿਚਲੇ ਉਹਨਾਂ ਖੇਤਰਾਂ ਦੇ ਨਾਲ ਨਿਪਟੇ ਜੋ ਉਸ ਦੇ ਵਿਰੁੱਧ ਹਨ। ਕਿ ਆਪ ਇਹ ਜਾਣਦੇ ਹੋ? ਇਹ ਇਹੋ ਹੀ ਸਿਧਾਂਤ ਹੈ
ਜੋ ਸ਼ੈਤਾਨ ਨੂੰ ਹਰਾਉਣ ਵਿੱਚ ਕਾਰਜਸ਼ੀਲ ਹੁੰਦਾ ਹੈ। ਆਪ ਵਿੱਚੋਂ ਕਿੰਨੇ ਕੁ ਯਾਕੂਬ ਦੀ ਪੱਤਰੀ 4 ਅਧਿਆਏ ਉਹਦੀ 7 ਐਤ ਦੇ ਵਚਨਾਂ ਵਿੱਚ ਪਾਲਿਆ ਹੈ ਅਤੇ ਇਸ ਨੂੰ ਇਸ ਤਰ੍ਹਾਂ ਪੜ੍ਹਿਆ ਹੈ, ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ। ਕਿ ਇਹੋ ਹੀ ਹੈ ਜੋ ਇਹ ਐਤ ਆਖਦੀ ਹੈ। ਮੈਂ ਤੁਹਾਡੇ ਲਈ ਇਸ ਨੂੰ ਪੜ੍ਹਦਾ ਹਾਂ, ਆਪ ਇਸ ਨੂੰ ਕਦੇ ਵੀ ਨਾ ਭੁੱਲੋ। ਇੱਥੇ ਆਖਿਆ ਗਿਆ ਹੈ, ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰੋ, ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਨਿਕਲੇਗਾ। ਆਪ ਆਪਣਾ ਸਾਰਾ ਸਮਾਂ ਸ਼ੈਤਾਨ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਿਆਂ ਬਤੀਤ ਕਰਦੇ ਹੋ, ਉਹ ਭੱਜਣ ਨਹੀਂ ਜਾ ਰਿਹਾ। ਪਰ ਜਦੋਂ ਆਪ ਸ਼ੈਤਾਨ ਦਾ ਸਾਹਮਣਾ ਕਰਦੇ ਹੋ, ਆਪ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰ ਰਹੇ ਹੋ, ਤਾਂ ਸ਼ੈਤਾਨ ਨੂੰ ਹਰਾਇਆ ਜਾਵੇਗਾ। ਆਪ ਆਪਣੇ ਸਾਰੇ ਸਮੇਂ ਸਰੀਰ ਨੂੰ ਸਲੀਬ ਚੜਾਇਆ ਖਰਚ ਕਰਦੇ ਹੋ ਅਤੇ ਪਵਿੱਤਰ ਆਤਮਾ ਦੇ ਸਮਰਪਣ ਦੇ ਵਿੱਚ ਕਦੇ ਨਹੀਂ ਜੁੜਦੇ। ਤਦ ਆਪ ਯੁੱਧ ਵਿੱਚ ਹਾਰਨ ਜਾ ਰਹੇ ਹੋ। ਪਰ ਸਰੀਰ ਨੂੰ ਸਲੀਬ ਚੜ੍ਹਨ ਦੇ ਕਾਰਜ ਵਿੱਚ ਅਤੇ ਆਤਮਾ ਦੇ ਪ੍ਰਤੀ ਸਮਰਪਿਤ ਹੋਣ ਦੇ ਕਾਰਜ ਵਿੱਚ ਆਪਣੇ ਆਪ ਨੂੰ ਜੀਵਨ ਵਿੱਚ ਫਤਿਹ ਪਾਉਣ ਜਾ ਰਹੇ ਹੋ। ਦੂਸਰੇ ਯੁੱਧ ਵਿੱਚ, ਜੋ ਕਿ ਉਸ ਪਵਿੱਤਰ ਯੁੱਧ ਵਿੱਚ ਜੋ ਤੁਹਾਡੇ ਜੀਵਨਾਂ ਵਿੱਚ ਲਗਾਤਾਰ ਲੜਿਆ ਜਾ ਰਿਹਾ ਹੈ, ਤੁਸੀਂ ਉਹਦੇ ਵਿੱਚ ਜਿੱਤ ਹਾਸਲ ਕਰੋਗੇ। ਆਮੀਨ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਦੋਸਤੋ, ਅੱਜ ਅਸੀਂ ਆਤਮਿਕ ਯੁੱਧ ਦੇ ਲੜੀਵਾਰ ਅਧਿਐਨ ਦੇ ਅਧੀਨ ਅੰਦਰੂਨੀ ਯੁੱਧ ਬਾਰੇ ਗੱਲਬਾਤ ਕਰ ਰਹੇ ਸੀ। ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਡੇਵਿਡ ਜਰਮਾਇਆ ਨੇ ਦੱਸਿਆ ਕਿ ਆਤਮਾ ਤੇ ਸਰੀਰ ਦੇ ਵਿੱਚ ਇੱਕ ਸੰਘਰਸ਼ ਚੱਲਦਾ ਰਹਿੰਦਾ ਹੈ, ਜਿਸ ਦੇ ਲਈ ਸੰਤ ਪੌਲੁਸ ਬੜੀ ਇਮਾਨਦਾਰੀ ਦੇ ਨਾਲ ਇਹ ਗੱਲ ਕਹਿੰਦਾ ਹੈ, ਮੇਰੇ ਮਨ ਦੀ ਖੁਆਇਸ਼ ਇਹੋ ਹੈ ਕਿ ਮੈਂ ਪਰਮੇਸ਼ਰ ਨੂੰ ਖੁਸ਼ ਕਰਾਂ, ਪਰ ਮੇਰੇ ਸਰੀਰ ਦੇ ਅੰਦਰ ਇੱਕ ਸ਼ਕਤੀ ਪਾਈ ਜਾਂਦੀ ਹੈ ਜੋ ਕਿ ਮੈਨੂੰ ਇਹ ਕਰਨ ਤੋਂ ਰੋਕਦੀ ਹੈ। ਦੋਸਤੋ, ਪਰਮੇਸ਼ਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਪਾਪ ਦੇ ਪ੍ਰਤੀ ਮਰ ਜਾਣਾ ਚਾਹੀਦਾ ਹੈ, ਤਾਂ ਕਿ ਅਸੀਂ ਪਰਮੇਸ਼ਰ ਦੀ ਧਾਰਮਿਕਤਾ ਦੇ ਨਾਲ ਜਿਉਂਦੇ ਕੀਤੇ ਜਾਈਏ। ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ? ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਤੁਸੀਂ ਅੱਜ ਸਾਡੇ ਉੱਤੇ ਫੇਰ ਮਿਹਰ ਕੀਤੀ ਔਰ ਸਾਨੂੰ ਇੱਕ ਆਤਮਿਕ ਯੁੱਧ ਦੇ ਬਾਰੇ ਗਹਿਰਾਈ ਨੂੰ ਸਿਖਾਇਆ। ਪ੍ਰਭੂ ਜੀ, ਅੱਜ ਤੱਕ ਅਸੀਂ ਇਸ ਗੱਲ ਨੂੰ ਜਾਣਦੇ ਰਹੇ ਕਿ ਜੋ ਵੀ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸਿਖਾਇਆ ਆਪਣੇ ਵਚਨ ਦੇ ਅਨੁਸਾਰ, ਉਸ ਦੇ ਮੁਤਾਬਿਕ ਅਸੀਂ ਜਿਸ ਆਤਮਿਕ ਯੁੱਧ 'ਚ ਹੈ ਉਹ ਬਾਹਰੀ ਯੁੱਧ ਹੈ। ਪਰ ਅੱਜ ਸਾਨੂੰ ਪਤਾ ਲੱਗਿਆ ਕਿ ਇੱਕ ਯੁੱਧ ਹੈ ਜਿਹੜਾ ਕਿ ਅਸੀਂ ਆਪਣੇ ਅੰਦਰ ਲੜਦੇ ਹਾਂ। ਪ੍ਰਭੂ, ਇਸ ਯੁੱਧ ਨੂੰ ਲੜਨ ਵਿੱਚ ਸਾਡੀ ਮਦਦ ਕਰੋ, ਕਿਉਂਕਿ ਬਹੁਤ ਸਾਰੀ ਅਜਿਹੀਆਂ ਚੀਜ਼ਾਂ ਪ੍ਰਭੂ ਜੀ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਔਰ ਜਿਹੜੀਆਂ ਸਾਡੀ ਆਤਮਿਕ ਤਰੱਕੀ ਨੂੰ ਰੋਕਦੀਆਂ ਹਨ। ਪਿਤਾ ਪਰਮੇਸ਼ਰ, ਸਾਨੂੰ ਇਹਨਾਂ ਸਾਰੀਆਂ ਖੁਆਇਸ਼ਾਂ ਦੇ ਉੱਤੇ ਜਿਹੜੀਆਂ ਕਿ ਪਿਤਾ ਪਰਮੇਸ਼ਰ ਸੰਸਾਰਿਕ ਹਨ, ਸਰੀਰਿਕ ਹਨ ਔਰ ਤੁਹਾਡੇ ਨਾਲ ਸਾਡੇ ਸੰਬੰਧ ਨੂੰ ਅੱਛਾ ਬਣਾਉਣ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ, ਉਹਨਾਂ ਸਾਰੀਆਂ ਪ੍ਰਭੂ ਜੀ ਕਮਜ਼ੋਰੀਆਂ ਨੂੰ ਦੂਰ ਕਰੋ। ਪ੍ਰਭੂ ਜੀ, ਸਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਸਾਰਿਆਂ ਤੇ ਰਹਿਮ ਕਰੋ, ਆਸ਼ੀਸ਼ ਔਰ ਬਰਕਤ ਦੇਵੋ, ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ। ਸਾਡੀ ਇਸ ਪ੍ਰਾਰਥਨਾ ਨੂੰ ਅਸੀਂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।